ਅੱਜ ਆਪਾਂ ਟੌਪਿਕ ਕਰਨਾ ਇਲੈਕਟ੍ਰਿਕ ਰੈਜ਼ੋਨੈਂਸ। ਤਾਂ ਇਸ ਦੇ ਅੰਦਰ ਦੋ ਟੌਪਿਕ ਆਉਂਦੇ, ਇੱਕ ਸੀਰੀਜ਼ ਰੈਜ਼ੋਨੈਂਸ ਸਰਕਿਟ ਤੇ ਇੱਕ ਪੈਰਲਲ ਰੈਜ਼ੋਨੈਂਸ ਸਰਕਿਟ। ਤੁਹਾਡੇ ਸਿਲੇਬਸ ਵਿੱਚ ਸੀਰੀਜ਼ ਰੈਜ਼ੋਨੈਂਸ ਸਰਕਿਟ ਹੈ। ਸਭ ਤੋਂ ਪਹਿਲਾਂ ਆਪਾਂ ਰੈਜ਼ੋਨੈਂਸ ਦਾ ਮਤਲਬ ਇੱਥੇ ਸਮਝਣਾ ਕਿ ਰੈਜ਼ੋਨੈਂਸ ਕੀ ਹੈ। ਮੰਨ ਲਓ ਕਿ ਇੱਕ ਬੱਚਾ ਸਵਿੰਗ ਲੈ ਰਿਹਾ, ਝੂਲਾ ਝੂਲ ਰਿਹਾ ਬੱਚਾ, ਠੀਕ, ਉਸਦੀ ਆਪਣੀ ਕੋਈ ਫ੍ਰੀਕੁਐਂਸੀ ਹੈ, ਠੀਕ, ਜਿਹੜੀ ਉਸਦੀ ਆਪਣੀ ਫ੍ਰੀਕੁਐਂਸੀ ਹੋਏਗੀ उसमें ਅਸੀਂ ਕੀ ਕਹਾਂਗੇ ਨੈਚੁਰਲ ਫ੍ਰੀਕੁਐਂਸੀ। ਕੋਈ ਉਸਦੇ ਪਰ ਬਾਹਰੋਂ ਜਿਹੜੀ ਹੈ ਫੋਰਸ ਨਹੀਂ ਲੱਗ ਰਹੀ, ਕੋਈ ਐਕਸਟਰਨਲ ਫੋਰਸ ਨਹੀਂ ਲੱਗ ਰਹੀ, ਉਹ ਆਪਣੀ ਜਿਹੜੀ ਫ੍ਰੀਕੁਐਂਸੀ ਦੇ ਨਾਲ ਬੱਚਾ ਅੱਗੇ ਪਿੱਛੇ ਨੂੰ ਝੂਲ ਰਿਹਾ, ਉਸ ਫ੍ਰੀਕੁਐਂਸੀ ਨੂੰ ਅਸੀਂ ਕੀ ਕਹਾਂਗੇ ਨੈਚੁਰਲ ਫ੍ਰੀਕੁਐਂਸੀ। ਬਟ ਮੰਨ ਲਓ ਹੁਣ ਉਸ ਬੱਚੇ ਨੂੰ ਅਸੀਂ ਜਿਹੜਾ ਹੈ ਰੈਗੂਲਰ ਇੰਟਰਵਲ 'ਤੇ ਪੁਸ਼ ਕਰ ਰਹੇ ਹਾਂ, ਪਿੱਛੋਂ ਅਸੀਂ ਜਿਹੜਾ ਹੈ ਇੱਕ ਰੈਗੂਲਰ ਇੰਟਰਵਲ 'ਤੇ ਬੱਚੇ ਨੂੰ ਧੱਕਾ ਲਗਾ ਰਹੇ ਹਾਂ। ਹੁਣ ਬੱਚਾ ਜਿਹੜਾ ਉਹ ਹੋਰ ਤੇਜ਼ੀ ਦੇ ਨਾਲ ਝੂਲਣਾ ਸ਼ੁਰੂ ਕਰ ਦੇਗਾ। ਇਹ ਕਦੋਂ ਹੋਏਗਾ? ਜਦੋਂ ਉਸ ਬੱਚੇ ਦੀ ਨੈਚੁਰਲ ਫ੍ਰੀਕੁਐਂਸੀ ਤੇ ਐਕਸਟਰਨਲ ਏਜੰਸੀ ਮਤਲਬ ਜਿਹੜਾ ਅਸੀਂ ਬੱਚੇ ਨੂੰ ਪੁਸ਼ ਕਰ ਰਹੇ ਹਾਂ ਰੈਗੂਲਰ ਇੰਟਰਵਲ 'ਤੇ, ਜਦੋਂ ਦੋਵੇਂ ਫ੍ਰੀਕੁਐਂਸੀਜ਼ ਮੈਚ ਕਰਨਗੀਆਂ ਤਾਂ ਕਿਹੜਾ ਫਿਨੋਮੀਨਾ ਅਕਰ ਕਰੇਗਾ? ਰੈਜ਼ੋਨੈਂਸ, ਰਾਈਟ। ਸੋ ਫਿਰ ਇੱਥੇ ਕੀ ਕਹਿ ਰਹੇ ਹਾਂ, ਸੀਰੀਜ਼ ਰੈਜ਼ੋਨੈਂਸ ਸਰਕਿਟ ਨੂੰ ਅਸੀਂ ਕਿਵੇਂ ਡਿਫਾਈਨ ਕਰਾਂਗੇ? ਕਹਿੰਦਾ ਕਿ ਸਾਡੇ ਕੋਲ ਇੱਕ ਸਰਕਿਟ ਹੈ ਜਿਸ ਦੇ ਵਿੱਚ ਸਾਡੇ ਕੋਲ ਤਿੰਨ ਕੰਪੋਨੈਂਟ ਨੇ, ਰੈਜ਼ਿਸਟੈਂਸ R, ਇੰਡਕਟਰ ਆਫ ਇੰਡਕਟੈਂਸ L, ਕਪੈਸਿਟਰ ਆਫ ਕਪੈਸਿਟੈਂਸ C। ਤਿੰਨੋਂ ਜਿਹੜੇ ਕੰਪੋਨੈਂਟ ਨੇ ਉਹ ਸੀਰੀਜ਼ ਦੇ ਵਿੱਚ ਕਨੈਕਟਡ ਨੇ। ਤਾਂ ਜਦੋਂ ਉਸ ਸਰਕਿਟ ਦੇ ਵਿੱਚੋਂ ਮੈਕਸਿਮਮ ਕਰੰਟ ਪਾਸ ਹੋਏਗਾ, ਠੀਕ, ਉਦੋਂ ਅਸੀਂ ਕੀ ਕਹਾਂਗੇ? ਸਰਕਿਟ ਕੀ ਹੈ? ਰੈਜ਼ੋਨੈਂਸ। ਸਰਕਿਟ ਦੇ ਵਿੱਚ ਰੈਜ਼ੋਨੈਂਸ ਫਿਨੋਮੀਨਾ ਜਿਹੜਾ ਹੈ ਹੋ ਰਿਹਾ, ਤੇ ਜਿਸ ਪਰਟੀਕੂਲਰ ਫ੍ਰੀਕੁਐਂਸੀ 'ਤੇ ਰੈਜ਼ੋਨੈਂਸ ਹੋਏਗੀ ਸਰਕਿਟ ਦੀ, ਉਸ ਫ੍ਰੀਕੁਐਂਸੀ ਨੂੰ ਅਸੀਂ ਕੀ ਕਹਾਂਗੇ? ਰੈਜ਼ੋਨੈਂਟ ਫ੍ਰੀਕੁਐਂਸੀ, ਠੀਕ। ਹੁਣ ਤੁਸੀਂ ਪਿੱਛੇ ਪੜ੍ਹ ਕੇ ਆਏ ਹੋ RLC ਸਰਕਿਟ ਦਾ ਇੰਪੀਡੈਂਸ Z is equal to √R² plus XL minus X², where XL is the inductive reactance and X is the capacitive reactance। ਵੈਲਿਊ ਪੁੱਟ ਕੀਤੀ ਹੈ, ਕੁਛ ਆਪਾਂ ਇਹਦੇ ਵਿੱਚ ਨਵਾਂ ਨਹੀਂ ਕੀਤਾ। ਸੋ ਇੱਥੇ ਜਿਹੜੀਆਂ ਦੋ ਇਕੁਏਸ਼ਨਸ ਆਪਾਂ ਲਿਖੀਆਂ ਨੇ, ਇਕੁਏਸ਼ਨ 1 ਐਂਡ ਇਕੁਏਸ਼ਨ 2। ਆਪਾਂ ਜਿਹੜਾ ਚਲੋ ਇੱਥੇ ਮੈਂ ਡਰਾ ਕਰ ਲੈਂਦੀ ਹਾਂ ਕਿ ਸਰਕਿਟ ਕਿਸ ਤਰ੍ਹਾਂ ਦਾ ਸੀਗਾ। ਰੈਜ਼ਿਸਟੈਂਸ ਸੀ, ਇੰਡਕਟਰ ਤੇ ਕਪੈਸਿਟਰ, ਠੀਕ। ਇੱਥੇ ਅਸੀਂ ਜਿਹੜਾ ਹੈ AC ਸੋਰਸ ਕਨੈਕਟ ਕਰਦੇ ਸੀ, ਰਾਈਟ। ਹੁਣ ਨੈਕਸਟ ਕੀ, ਹੁਣ ਆਪਾਂ ਕਹਿ ਕੇ ਰਹੇ ਹਾਂ ਕਿ ਕਿਸੇ ਪਰਟੀਕੂਲਰ ਫ੍ਰੀਕੁਐਂਸੀ 'ਤੇ ਜਿਹੜੀ ਹੈ ਰੈਜ਼ੋਨੈਂਸ ਅਕਰ ਕਰੇਗੀ, ਤਾਂ ਅਸੀਂ ਉਸ ਪਰਟੀਕੂਲਰ ਫ੍ਰੀਕੁਐਂਸੀ ਨੂੰ ਅਸੀਂ ਲੈ ਕੇ ਚੱਲ ਰਹੇ ਹਾਂ ω/R, ਠੀਕ। ਤਾਂ ਅਸੀਂ ਕੀਤਾ ਕਿ ਫ੍ਰੀਕੁਐਂਸੀ ਜਿਹੜੀ ਆਲਟਰਨੇਟਿੰਗ EMF, ਫ੍ਰੀਕੁਐਂਸੀ ਆਫ ਆਲਟਰਨੇਟਿੰਗ EMF ਅਪਲਾਈਡ ਟੂ ਦਾ ਸਰਕਿਟ, ਅਸੀਂ AC ਸੋਰਸ ਕਨੈਕਟ ਕੀਤਾ ਹੈ। ਸੋ ਇਸ ਦੀ ਜਿਹੜੀ ਫ੍ਰੀਕੁਐਂਸੀ ਹੈ ਉਹ ਇਨਕਰੀਜ਼ ਕਰ ਰਹੇ ਹਾਂ। ਇਸ ਦੀ ਫ੍ਰੀਕੁਐਂਸੀ ਇਨਕਰੀਜ਼ ਕਰਨ ਦੇ ਨਾਲ ਜਿਹੜੀ ਇੰਡਕਟਿਵ ਰਿਐਕਟੈਂਸ ਇਨਕਰੀਜ਼ ਹੋਈ ਜਾਏਗੀ ਤਾਂ ਕੈਪੈਸਿਟਿਵ ਰਿਐਕਟੈਂਸ ਡਿਕਰੀਜ਼ ਹੋਈ ਜਾਏਗੀ। ਤਾਂ ਇੱਕ ਪਰਟੀਕੂਲਰ ਫ੍ਰੀਕੁਐਂਸੀ 'ਤੇ ਦੋਵੇਂ ਕੀ ਹੋਣਗੇ? ਬਰਾਬਰ ਹੋ ਜਾਣਗੇ। ਤਾਂ ਉਸ ਪਰਟੀਕੂਲਰ ਫ੍ਰੀਕੁਐਂਸੀ ਨੂੰ ਅਸੀਂ ਕੀ ਕਹਿ ਰਹੇ ਹਾਂ? ω/R ਦੇ ਨਾਲ ਡਿਨੋਟ ਕਰ ਰਹੇ ਹਾਂ ਰੈਜ਼ੋਨੈਂਟ ਫ੍ਰੀਕੁਐਂਸੀ। ਤਾਂ ਸਾਡੇ ਕੋਲ ਜਿਹੜਾ ਇੰਡਕਟਿਵ ਰਿਐਕਟੈਂਸ ਕੈਪੈਸਿਟਿਵ ਰਿਐਕਟੈਂਸ ਦੇ ਇਕੁਅਲ ਹੋ ਜਾਏਗੀ। ਆਪਾਂ ਹੁਣ ਇੱਥੇ ਵੈਲਿਊ ਪੁੱਟ ਕਰਕੇ ਦੇਖ ਰਹੇ ਹਾਂ ਕਿ ω/R ਕਿੰਨੀ ਵੈਲਿਊ ਹੈ ਐਕਚੁਅਲ ਦੇ ਵਿੱਚ। ਸੋ XL is equal to ω/L is equal to 1/ωc, so ω² equal to 1/LC, ਜਾਂ ਫਿਰ ω equal to 1/√LC। ਐਂਗੂਲਰ ਫ੍ਰੀਕੁਐਂਸੀ ਦਾ ਲੀਨੀਅਰ ਫ੍ਰੀਕੁਐਂਸੀ ਦੇ ਨਾਲ ਰਿਲੇਸ਼ਨ ਕਿੰਨਾ? 2πν 1/√LC, ਜਾਂ ਫਿਰ ਤੁਸੀਂ ਹੋਰ ਅਸੀਂ ਕੀ ਲਿਖ ਸਕਦੇ ਹਾਂ ਇਸਨੂੰ, ਨਿਊ ਇਕੁਅਲ ਟੂ 1/2π√LC। ਹੁਣ ਅਸੀਂ ਉਸ ਪਰਟੀਕੂਲਰ ਫ੍ਰੀਕੁਐਂਸੀ ਨੂੰ ਕਿੰਨਾ ਲੈ ਰਹੇ ਹਾਂ? ω ਇਕੁਅਲ ਟੂ ω। ਤਾਂ ਆਪਾਂ ਇੱਥੇ ਜਿਹੜਾ ਹੈ ਸਬਸਕ੍ਰਿਪਟ ਯੂਜ਼ ਕਰਦੇ ਹਾਂ ω ਦੇ ਨਾਲ, ω/R ਦਿਸ ਐਂਡ ਦਿਸ। ਸੋ ਸਾਡੇ ਕੋਲ ਜਿਹੜੀ ਰੈਜ਼ੋਨੈਂਟ ਫ੍ਰੀਕੁਐਂਸੀ ਆ ਰਹੀ ਹੈ ਕਿੰਨੀ ਆ ਰਹੀ ਹੈ? ω equal to 1/√LC, ਜਾਂ ਫਿਰ ਲੀਨੀਅਰ ਫ੍ਰੀਕੁਐਂਸੀ ਦੀ ਫਾਰਮ ਦੇ ਵਿੱਚ 1/2π√LC।
ਹੁਣ ਅਸੀਂ ਜਿਹੜੀ XL ਇਕੁਅਲ ਟੂ XC ਵਾਲੀ ਕੰਡੀਸ਼ਨ ਹੈ ਉਹ ਅਸੀਂ ਇੱਥੇ ਉੱਪਰ ਪੁੱਟ ਕਰਾਂਗੇ ਇੰਪੀਡੈਂਸ। ਅਸੀਂ ਇਹ ਦੇਖਣਾ ਕਿ ਜਦੋਂ ਰੈਜ਼ੋਨੈਂਸ ਦੀ ਕੰਡੀਸ਼ਨ ਆਏਗੀ, ਰੈਜ਼ੋਨੈਂਸ ਫਿਨੋਮੀਨਾ ਅਕਰ ਕਰੇਗਾ, ਉਸ ਟਾਈਮ ਸਰਕਿਟ ਦਾ ਇੰਪੀਡੈਂਸ ਕਿੰਨਾ, ਕਿਉਂਕਿ ਆਪਾਂ ਡੈਫੀਨੇਸ਼ਨ ਦੇ ਵਿੱਚ ਕਹਿ ਕੇ ਆਏ ਹਾਂ ਕਿ ਮੈਕਸਿਮਮ ਕਰੰਟ ਫਲੋ ਕਰੇਗਾ। ਫॉर द मैक्सिमम for the current to be maximum in the circuit, what we need that the impedance of that circuit should be minimum। ਹੁਣ ਅਸੀਂ ਦੇਖ ਰਹੇ ਹਾਂ ਕਿ ਕਿੰਨਾ ਆ ਰਿਹਾ। So Z is equal to R square plus XL minus XC whole square। ठीक, कंडीशन साडी की कह रही है पर्टिकुलर फ्रीक्वेंसी ते कि XL किस दे बराबर है, XC दे। सो XL माइनस XL होल स्क्वायर इज इक्वल टू 0 हो जाएगा ये वाला फैक्टर तो। ठीक, R स्क्वायर इज इक्वल टू R एंड इट इज मिनिमम वैल्यू ऑफ इम्पीडेंस। सो Z किस दे बराबर आ गया, R दे, तो इंपीडेंस की होएगा मिनिमम होगा। तो सर्किट दे जो करंट कितना फ्लो करेगा, सो I इज इक्वल टू E बाय Z एंड करंट की होगा मैक्सिमम। मैक्सिमम असीं किहदे नाल डिनोट करदे, I नॉट दे नाल। सो I नॉट इज इक्वल टू E नॉट बाय Z एंड Z किस दे बराबर है, नॉट बाय R। Z इज इक्वल टू R। सो मैक्सिमम करंट कितना होएगा, E नॉट बाय R। करंट विल बी मैक्सिमम। ठीक, सो आही चीज़ जी अगे मैं लिखती है कि इंपीडेंस ऑफ RLC सर्किट विल बी मिनिमम एंड हैंस I नॉट इज इक्वल टू E नॉट बाय Z, करंट विल बी मैक्सिमम। इत्थे जिहड़ा है हुण ग्राफ ड्रॉ किया तो तुसीं देख लो कि I नॉट जिहड़ा है R दे नाल, I नॉट जिहड़ा R दे नाल वो इनवर्स रिलेशन दे विच है कि एक क्वांटिटी वध रही है दूसरी क्वांटिटी डिक्रीज हो रही है। सो R इन इफ इंक्रीजेस I नॉट विल डिक्रीज एंड if R decreases then I नॉट will increase। So the condition for resonance is that impedance should be minimum and the current will be maximum। So we have drawn here a graph by considering the two values of resistance। One resistance is of 10 ohm and another resistance is of 100 ohm। So जदों तां 100 ohm सी तो उदों सी एक कर्व ड्रॉ कीती है, एक कर्व ड्रॉ कीती है resistance 10 ohm वास्ते। जदों 100 ohm सी तो तुसी इधर नूं जिहड़ी है लाइन ड्रॉ करके देखना कि मैक्सिमम करंट की वैल्यू कुछ इत्थे आ रही है। बट जदों असीं रजिस्टेंस डिक्रीज की करंट की वैल्यू की होगी, इनक्रीज होगी। सो इत्थों असीं की देखिया कि रजिस्टेंस एंड करंट जिहड़े आ वो इनवर्स रिलेशन च ने, R डिक्रीजेज एंड I नॉट इनक्रीजेज। असी इत्थे वैसे तो मैं ω1 एंड ω2 ω R तीन जिहड़े ने वेरीएबल्स होर लिखे ने। ω की है रेजोनेंट फ्रीक्वेंसी। सो रेजोनेंट फ्रीक्वेंसी ते की हो रहा है, करंट मैक्सिमम हो रहा है। तुसीं इत्थे देखनी है जे एक मिनट लिए तुसीं रजिस्टेंस नूं साइड ते रखो तो तुसीं की देख रहे हो कि रेजोनेंट फ्रीक्वेंसी दे करंट की है मैक्सिमम है। चाहे तुसीं ए वाली पीक नूं देख लो, चाहे तुसीं ए वाली पीक नूं देख लो, दो तां ड्रॉ कीतियां ने क्योंकि आपां कंपैरिजन देखना है I नॉट दा R दे नाल। जे तुसीं रेजोनेंट फ्रीक्वेंसी नूं समझना है तो दोवां चों कोई भी एक पीक लै लो, एक कर्व लै लो। सो ω की है रेजोनेंट फ्रीक्वेंसी है। तो जो सर्किट जिहड़ा है रेजोनेंस स्टेट दे विच होऊगा, सीरीज रेजोनेंट सर्किट हो रहा है, जदों बन रहा है रेजोनेंस अकर हो रही है तो करंट की होऊगा मैक्सिमम। जे तुसीं ω तो वैल्यू पिछे लैंदे हो या ω तो वैल्यू अगे लैंदे हो तो जिहड़ी करंट की वैल्यू की हो रही है डिक्रीज हो रही है। ω तो की है मैक्सिमम है इत्थे। जे तुसीं उस तो पिछे वैल्यू लै रहे हो, मान लो इस पॉइंट इत्थे कंसीडर की है तो वैल्यू की है घट है,
ਇਸ ਤੋਂ ਅੱਗੇ ਜਾ ਰਹੇ ਹੋ ਅਗੇਨ ਵੈਲਿਊ ਕੀ ਹੈ, ਘੱਟ ਹੈ। ਸੋ ਓਮੇਗਾ ਆਰ ਤੇ ਕਰੰਟ ਹਮੇਸ਼ਾ ਮੈਕਸਿਮਮ ਹੋਏਗਾ। ਕਰੰਟ ਮੈਕਸਿਮਮ ਹੋਣ ਦਾ ਮਤਲਬ ਸਰਕਿਟ ਦਾ ਇੰਪੀਡੈਂਸ ਮਿਨੀਮਮ ਹੈ। ਸਰਕਿਟ ਦਾ ਇੰਪੀਡੈਂਸ ਮਿਨੀਮਮ ਹੈ ਮਤਲਬ ਕਰੰਟ ਇਜ਼ ਮੈਕਸਿਮਮ। ਸੋ ਆ 2-3 ਗੱਲਾਂ ਨੇ ਜਿਹੜੀਆਂ ਅਸੀਂ ਯਾਦ ਰੱਖਣੀਆਂ ਕਿ ਜਦੋਂ ਰੈਜ਼ੋਨੈਂਸ ਹੋ ਰਹੀ ਹੈ ਤਾਂ ਐਕਚੁਅਲ ਦੇ ਵਿੱਚ ਕੀ ਹੋ ਰਿਹਾ ਹੈ। ਮਿਨੀਮਮ ਇੰਪੀਡੈਂਸ ਹੈ, ਮੈਕਸਿਮਮ ਕਰੰਟ ਹੈ। ਹੁਣ ਤੁਸੀਂ ਆਰ ਦੇ ਨਾਲ ਕੰਪੈਰੀਜ਼ਨ ਦੇਖਣਾ ਤਾਂ ਅਸੀਂ ਤਾਂ 2 ਪੀਕਸ ਦੇਖਣੇ ਆ ਕਿ ਜੇ ਰੈਜ਼ਿਸਟੈਂਸ ਤੁਸੀਂ 10 ਓਮ ਲੈਂਦੇ ਹੋ ਤਾਂ ਕਰੰਟ ਦੀ ਵੈਲਿਊ ਕੁਛ ਇੱਥੇ ਕਰ ਰਹੀ ਹੈ, ਤੇ ਜਦੋਂ ਤੁਸੀਂ 100 ਓਮ ਲੈਂਦੇ ਤਾਂ ਕਰੰਟ ਦੀ ਵੈਲਿਊ ਪ੍ਰੀਵੀਅਸ ਦੇ ਨਾਲੋਂ ਥੋੜੀ ਜਿਹੀ ਡਿਕਰੀਜ਼ ਹੋ ਰਹੀ ਹੈ। ਅੱਗੇ ਹੋਰ ਸਮਝਣ ਵਾਲੀ ਗੱਲ ਹੈ ਕਿ ਜਿਹੜੇ ਅਸੀਂ ਸੀਰੀਜ਼ ਰੈਜ਼ੋਨੈਂਸ ਸਰਕਿਟ ਲੈਂਦੇ ਆ, ਇਹਨਾਂ ਸਰਕਿਟਸ ਨੂੰ ਅਸੀਂ ਐਕਸੈਪਟਰ ਸਰਕਿਟਸ ਵੀ ਕਹਿੰਦੇ ਆ, ਤੇ ਇਹਨਾਂ ਦਾ ਪ੍ਰੈਕਟੀਕਲ ਐਪਲੀਕੇਸ਼ਨ ਹੈ ਕਿ ਟੀਵੀ ਜਾਂ ਰੇਡੀਓ ਰਿਸੀਵਰਸ ਦੇ ਵਿੱਚ ਇਹ ਯੂਜ਼ ਹੁੰਦੇ ਨੇ। ਠੀਕ, ਹੁਣ ਇਸ ਦੇ ਵਿੱਚ ਕੀ ਕਰਦੇ ਆ ਕਿ ਹੁਣ ਜਿਹੜਾ ਐਂਟੀਨਾ ਟੀਵੀ ਦਾ ਉਹ ਕਾਫੀ ਸਾਰੀਆਂ ਫ੍ਰੀਕੁਐਂਸੀ ਦੇ ਸਿਗਨਲਸ ਨੂੰ ਕੈਚ ਕਰ ਰਿਹਾ, ਬਟ ਅਸੀਂ ਕੋਈ ਪਰਟੀਕੂਲਰ ਚੈਨਲ ਦੇਖਣਾ ਤਾਂ ਅਸੀਂ ਉਸ ਚੈਨਲ ਦੀ ਜਿਹੜੀ ਫ੍ਰੀਕੁਐਂਸੀ ਹੈ ਉਸ ਨੂੰ ਰਿਸੀਵਰ ਦੀ ਫ੍ਰੀਕੁਐਂਸੀ ਦੇ ਨਾਲ ਸੈੱਟ ਕਰਾਂਗੇ। ਠੀਕ, ਟਿਊਨ ਕਰਾਂਗੇ, ਸੈੱਟ ਕਰਾਂਗੇ, ਜਾਂ ਆਪਾਂ ਹੋਰ ਉਸ ਨੂੰ ਕੀ ਕਹਿੰਦੇ ਆਪਾਂ ਚੈਨਲ ਟਿਊਨ ਕਰਾਂਗੇ। ਟਿਊਨਿੰਗ ਦਾ ਮਤਲਬ ਕੀ ਹੈ ਕਿ ਅਸੀਂ ਫ੍ਰੀਕੁਐਂਸੀ ਨੂੰ ਸੈੱਟ ਕਰ ਰਹੇ ਹਾਂ, ਫ੍ਰੀਕੁਐਂਸੀ ਮੈਚ ਕਰ ਰਹੇ ਹਾਂ ਰਿਸੀਵਰ ਦੀ ਉਸ ਪਰਟੀਕੂਲਰ ਚੈਨਲ ਦੇ ਨਾਲ। ਹੁਣ ਉਹ ਕਰਦੇ ਕਿਵੇਂ ਹੈ ਕਿ ਜਿਹੜਾ ਅਸੀਂ ਸਰਕਿਟ ਦੇ ਵਿੱਚ ਕੈਪੈਸਿਟਰ ਕਨੈਕਟ ਕੀਤਾ ਉਸ ਦੀ ਕੈਪੈਸਿਟੈਂਸ ਚੇਂਜ ਕਰਕੇ ਅਸੀਂ ਉਸ ਦੀ ਟਿਊਨਿੰਗ ਕਰਦੇ ਹਾਂ। ਸੋ ਜਿਹੜਾ ਰੈਜ਼ੋਨੈਂਸ ਸੀਰੀਜ਼ ਰੈਜ਼ੋਨੈਂਸ ਸਰਕਿਟ ਹੈ ਉਹਨਾਂ ਨੂੰ ਅਸੀਂ ਐਕਸੈਪਟਰ ਸਰਕਿਟਸ ਦੀ ਤਰ੍ਹਾਂ ਵੀ ਯੂਜ਼ ਕਰਦੇ ਹਾਂ। ਸੋ ਆਹੀ ਚੀਜ਼ ਮੈਂ ਇੱਥੇ ਲਿਖੀ ਹੋਈ ਹੈ that these are also called acceptor circuits and used in the TV set receivers।